तू सुल्तान कहा हूँ मियाँ, तेरी कवन वडाई। जो तू देहे सो कहाँ स्वामी। मैं मूरख कहन न जाई। जो तू देहे सो कहाँ स्वामी। मैं मूरख कहन न जाई। जागदी जोत बाणी के बोहित पड़थक हर धन धन श्री गुरु ग्रंथ साहब महाराज जी की पावन पवित्र हजूरी दे विच जुड़ बैठे सतसंगी जनों, सतगुरां दी अपार कृपा सदका धन धन गुरु तेग बहादुर साहिब नौवें सतगुरु जी दे 400 साला प्रकाश पुरब नूं समर्पित इस स्थान ते गुरु तेग बहादुर महाराज जी की उचारण की हुई अमृत बाणी की लड़ीवार कथा विचारां जिन्हां दा प्रवाह चल रहा है। अज देवगंधारी राग का उचारण किया होया दूजा शब्द अंक 536 के उत्ते ये दरगाही बोल दर्ज हैं। हुण तक आपां गुरु की हजूरी विच बैठ के 9 शब्द गौड़ी राग दे, एक शब्द आसा राग दा ते पिछे एक शब्द असी देवगंधारी राग दा सरवण कीता, जिहदी विचार सरवण कीती, उपदेश सरवण कीते। आओ अज ये 12वां शब्द है गुरु तेग बहादुर महाराज जी की विचार नाल जुड़ांगे। मनोवृत्तियां एकागर करो। पाठ करन तो पहला, विचारां की आरंभता तो पहला साहिबां नूं झुकाओ शीस, प्रेम सहित गुरफतेह दी सांझ करो। आखो जी वाहिगुरू जी का खालसा वाहिगुरू जी की फतेह। देवगंधारी महला नौवां। देवगंधारी महला नौवां। सब किछ जीवत को व्यवहार। सब किछ जीवत को व्यवहार। मात पिता भाई सुत बंदप। मात पिता भाई सुत बंदप। अरफुन ग्रह की नार। अरफुन ग्रह की नार। सब किछ जीवत को व्यवहार। सब कुछ जीवत को व्यवहार। मात पिता भाई सुत बंदप। मात पिता भाई सुत बंदप। अरफुन ग्रह की नार। अरफुन ग्रह की नार। रहाओ रहाओ। तन ते प्राण होत जब न्यारे। तन ते प्राण होत जब न्यारे। टेरत प्रेत पुकार। टेरत प्रेत पुकार। आद करी को नह राखै। आद करी को न राखै। करते देत निकार। करते देत निकार। मृग तृष्णा जो जग रचना। मृग तृष्णा ज्यों जग रचना। यह देखो हृदय विचार। यह देखो हृदय विचार। कहो नानक
ਭਜ ਰਾਮ ਨਾਮ ਨਿਤ। ਕਹੋ ਨਾਨਕ ਭਜ ਰਾਮ ਨਾਮ ਨਿਤ। ਜਾਤੇ ਹੋਤ ਉਧਾਰ। ਜਾਤੇ ਹੋਤ ਉਧਾਰ। ਮ੍ਰਗ ਤ੍ਰਿਸ਼ਨਾ ਜੋ ਜਗ ਰਚਨਾ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ। ਯਹ ਦੇਖੋ ਹਿਰਦੈ ਵਿਚਾਰ। ਯਹ ਦੇਖੋ ਹਿਰਦੈ ਵਿਚਾਰ। ਕਹੋ ਨਾਨਕ ਭਜ ਰਾਮ ਨਾਮ ਨਿਤ। ਕਹੋ ਨਾਨਕ ਭਜ ਰਾਮ ਨਾਮ ਨਿਤ। ਜਾਤੇ ਹੋਤ ਉਧਾਰ। ਜਾਤੇ ਹੋਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਕਿ ਸਾਡਾ ਜੋ ਜਿਉਂਦਿਆਂ ਜੀ ਦਾ ਇਹ ਮੇਲ ਜੋਲ ਹੈ, ਇਹ ਜੋ ਸਭ ਅਸੀਂ ਸਾਗ ਸੰਬੰਧੀ ਰਿਸ਼ਤੇ ਨਾਤੇ ਦੇਖ ਰਹੇ ਹਾਂ, ਕਈ ਵਾਰੀ ਸਾਡੇ ਮਨ ਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਫੁਰਦੇ ਹਨ ਕਿ ਅਸੀਂ ਇਹਨਾਂ ਦੇ ਸੰਬੰਧੀ ਹਾਂ। ਮਾਂ, ਪਿਓ, ਪੁੱਤਰ, ਇਸਤਰੀ, ਇਹ ਜਿਤਨੇ ਵੀ ਰਿਸ਼ਤੇ ਨਾਤੇ ਮਨੁੱਖ ਨਾਲ ਜੁੜੇ ਹੋਏ ਨੇ, ਸਤਿਗੁਰੂ ਇਸ ਸਾਰੀ ਗੱਲਬਾਤ ਨੂੰ ਆਪਣੀ ਬਾਣੀ ਰਾਹੀਂ ਅੱਜ ਸਾਨੂੰ ਸਮਝਾ ਰਹੇ ਹਨ ਕਿ ਇਹ ਗੱਲ ਪੱਕੀ ਰੱਖੋ ਕਿ ਜਦੋਂ ਤੱਕ ਤੁਹਾਡੇ ਨਾਲ ਮੇਲ ਜੋਲ ਹੈ, ਜਿਉਂਦੇ ਜੀ ਤੱਕ ਇਹ ਸਾਰੇ ਰਿਸ਼ਤੇ ਹਨ। ਮਰਨ ਤੋਂ ਬਾਅਦ ਤੁਹਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ। ਮਰਨ ਤੋਂ ਬਾਅਦ ਸਾਰੇ ਰਿਸ਼ਤੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ। ਇਸ ਗੱਲ ਨੂੰ ਬੜੇ ਧਿਆਨ ਨਾਲ ਔਰ ਬੜੀ ਸਮਝਣ ਸਮਝਾਉਣ ਦੀ ਗੱਲ ਜੋ ਗੁਰੂ ਤੇਗ ਬਹਾਦਰ ਮਹਾਰਾਜ ਕਰ ਰਹੇ ਹਨ, ਇਸ ਗੱਲ ਦੇ ਵਿੱਚ ਕੋਈ ਡਾਊਟ ਨਹੀਂ। ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਾਈ। ਰਿਸ਼ਤੇ ਇਕੱਠੇ ਹੁੰਦੇ ਨੇ ਪੂਰਵ ਜਨਮ ਦੇ ਸੰਜੋਗਾਂ ਕਰਕੇ, ਪਰ ਯਾਦ ਰੱਖਣਾ ਅੰਤ ਵੇਲੇ ਕੋਈ ਕਿਸੇ ਦਾ ਮਦਦਗਾਰ ਨਹੀਂ, ਕੋਈ ਕਿਸੇ ਦਾ ਸਾਥੀ ਨਹੀਂ। ਸਾਰੇ ਸਾਥ ਜਿਹੜੇ ਨੇ ਉਹ ਵਿਖਰ ਜਾਂਦੇ ਹਨ, ਖਿੜ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਇੱਥੇ ਸਾਰੇ ਰਿਸ਼ਤਿਆਂ ਨੂੰ ਅੱਗੇ ਰੱਖਦੇ ਆਖ ਰਹੇ ਨੇ ਕਿ ਹੇ ਭਾਈ, ਮਾਂ, ਪਿਓ, ਭਰਾ, ਪੁੱਤਰ, ਰਿਸ਼ਤੇਦਾਰ, ਘਰ ਦੀ ਇਸਤਰੀ, ਆਖਣ ਲੱਗੇ ਇਹ ਸਭ ਕੁਝ ਜਿਉਂਦਿਆਂ ਜੀ ਦਾ ਮੇਲ ਜੋਲ ਹੈ, ਹੋਰ ਕੁਝ ਵੀ ਨਹੀਂ। ਇਹ ਸਾਰੇ ਰਿਸ਼ਤੇ ਨਾਤੇ ਜਦੋਂ ਤੱਕ ਤੇਰੇ ਅੰਦਰ ਜਿੰਦ ਹੈ ਉਦੋਂ ਤੱਕ ਤੇਰੇ ਨਾਲ ਜੁੜੇ ਹੋਏ ਨੇ। ਜਿਸ ਦਿਨ ਸਾਡੇ ਵਿੱਚੋਂ ਜਿੰਦ ਨਿਕਲ ਜਾਵੇਗੀ, ਔਰ ਇਹ ਯਾਦ ਰੱਖਣਾ ਕਿ ਇਹ ਸਾਰੇ ਮੇਲ ਜੋਲ ਜਿਹੜੇ ਨੇ ਟੁੱਟ ਜਾਣਗੇ। ਸਗੋਂ ਇਹ ਮੇਲ ਜੋਲ ਜਿਨ੍ਹਾਂ ਦੇ ਨਾਲ ਹੈ, ਜਿਹੜੇ ਸਾਨੂੰ ਬੜਾ ਪਿਆਰ ਕਰਦੇ ਨੇ ਜਿਉਂਦੇ ਜੀ, ਮਰਨ ਤੋਂ ਬਾਅਦ ਇਹਨਾਂ ਨੇ ਕਹਿਣਾ ਵੀ ਹੁਣ ਘਰ ਤੋਂ ਛੇਤੀ ਇਹਨੂੰ ਕੱਢੋ। ਜਿਹਨੂੰ ਭਗਤ ਕਬੀਰ ਸਾਹਿਬ ਨੇ ਵੀ ਆਪਣੇ ਬਚਨਾਂ ਵਿੱਚ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ। ਆਖਣ ਲੱਗੇ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਜਦੋਂ ਤੱਕ ਦੀਵੇ ਦੇ ਵਿੱਚ ਤੇਲ ਹੈ, ਬੱਤੀ ਹੈ, ਚਾਨਣ ਹੋ ਰਿਹਾ ਹੈ, ਸਭ ਕੁਝ ਦਿਖਾਈ ਦੇ ਰਿਹਾ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਣੀ, ਸੂਨਾ ਮੰਦਰ ਹੋਈ। ਤੇਲ ਨੇ ਜਲ ਜਾਣਾ, ਬੱਤੀ ਨੇ ਠਹਿਰ ਜਾਣਾ। ਇਹ ਜਿਹੜਾ ਹਿਰਦਾ ਰੂਪੀ ਮੰਦਰ ਹੈ ਇਹ ਸੁੰਨਾ ਹੋ ਜਾਣਾ ਹੈ। ਤੇ ਕਹਿ ਰਹੇ ਨੇ ਰੇ ਬੋਰੇ ਤੋਂ ਇਹ ਘਰ ਹੀ ਨਾ ਰੱਖੇ ਕੋਈ ਹੈ ਝੱਲੇ ਬੰਦੇ, ਤੈਨੂੰ ਕਿਸੇ ਨੇ ਘਰ ਵਿੱਚ ਨਹੀਂ ਰੱਖਣਾ। ਤੂੰ ਰਾਮ ਨਾਮ ਜਪ ਸੋਈ। ਭਗਤ ਕਬੀਰ ਸਾਹਿਬ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਨੂੰ ਜਪ, ਉਸ ਪ੍ਰਭੂ ਨੂੰ ਜਪ ਜਿਹੜਾ ਕਿ ਉੱਥੇ ਵੀ ਤੇਰਾ ਮਦਦਗਾਰ, ਤੇਰਾ ਸਾਥੀ ਹੋਏਗਾ। ਤੈਨੂੰ ਘਰ ਦੇ ਵਿੱਚ ਕਿਸੇ ਨੇ ਨਹੀਂ ਰੱਖਣਾ, ਘਰ ਦੇ ਅੰਦਰ ਤੈਨੂੰ ਕਿਸੇ ਨੇ ਨਹੀਂ ਰੱਖਣਾ। ਕਾਕੀ ਮਾਤ ਪਿਤਾ ਕਹੂ ਕਾਕੋ, ਕਵਨ ਪੁਰਖ ਕੀ ਜੋਈ। ਕੱਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਇਹ ਹੈ ਜੀਵਨ ਦੀ ਅਸਲੀਅਤ ਕਿ ਜਦੋਂ ਇਹ ਭਾਂਡੇ ਨੇ ਟੁੱਟ ਜਾਣਾ ਹੈ, ਪ੍ਰਾਣ ਨਿਕਲ ਜਾਣੇ ਨੇ,
ਉਸ ਵੇਲੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਮੇਲ ਜੋਲ ਜਾਂ ਸਾਥੀ ਨਹੀਂ ਹੋਏਗਾ। ਇਹ ਤੇ ਜਿਉਂਦਿਆਂ ਜੀ ਦੇ ਵਿਵਹਾਰ ਹਨ। ਜਿਉਂਦੇ ਜੀ ਕੋਈ ਕਿਸੇ ਦੀ ਮਾਂ, ਪੁੱਤਰ, ਧੀ, ਸਾਕ ਸੰਬੰਧੀ ਮੌਤ ਹੁੰਦੇ ਸਾਰ ਇਹ ਸਾਰੇ ਰਿਸ਼ਤੇ ਨਾਤੇ ਟੁੱਟ ਜਾਂਦੇ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਜ਼ੋਰ ਦੇ ਕੇ ਕਹਿ ਰਹੇ ਨੇ, ਸਭ ਕੁਝ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ। ਮਾਤਾ ਪਿਤਾ ਭਰਾ ਸੁਤ ਪੁੱਤਰ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਅਰ ਅਤੇ ਫੁਨ ਦਾ ਅਰਥ ਹੈ ਫੇਰ ਘਰ ਕੀ ਨਾਰ, ਅਤੇ ਘਰ ਦੀ ਇਸਤਰੀ, ਘਰ ਦੀ ਵਹੁਟੀ। ਸਭ ਕੁਝ ਜੀਵਤ ਕੋ ਵਿਵਹਾਰ, ਇਹ ਸਾਰਿਆਂ ਦੇ ਨਾਲ ਜਿਉਂਦਿਆਂ ਜੀ ਦਾ ਮੇਲ ਜੋਲ ਹੈ। ਮਰਨ ਤੋਂ ਬਾਅਦ ਇਹਨਾਂ ਦੇ ਨਾਲ ਤੇਰਾ ਮੇਲ ਜੋਲ ਨਹੀਂ ਰਹਿਣਾ, ਤੇਰਾ ਇਹਨਾਂ ਨਾਲ ਸੰਬੰਧ ਨਹੀਂ ਰਹਿਣਾ। ਉਸ ਦੀ ਵਿਆਖਿਆ ਕਰਦੇ ਹੋਏ ਸਤਿਗੁਰ ਅੱਗੇ ਸਮਝਾ ਰਹੇ ਨੇ, ਤਨ ਤੇ ਪ੍ਰਾਣ ਹੋਤ ਜਬ ਨਿਆਰੇ। ਕੀ ਕਹਿ ਰਹੇ ਨੇ? ਟੇਰਤ ਪ੍ਰੇਤ ਪੁਕਾਰ, ਆਦਿਕ ਹਰੀ ਕੋ ਨਹਿ ਰਾਖੈ, ਕਰਤੇ ਦੇਤ ਨਿਕਾਰ। ਇਹ ਸੱਚ ਹੈ ਔਰ ਸਾਰਿਆਂ ਦੇ ਨਾਲ ਹੋਣਾ ਹੈ। ਇਹ ਅਟਲ ਸੱਚਾਈ ਹੈ। ਕੀ ਸੱਚਾਈ ਹੈ? ਤਨ ਤੇ ਪ੍ਰਾਣ ਹੋਤ ਜਬ ਨਿਆਰੇ। ਇਸ ਸਰੀਰ ਵਿੱਚੋਂ ਜਦੋਂ ਜਿੰਦ ਵੱਖਰੀ ਹੋਏਗੀ, ਪ੍ਰਾਣ ਵੱਖਰੇ ਹੋਣਗੇ। ਜਦੋਂ ਤੱਕ ਜਿੰਦ ਹੈ ਇਹ ਸਰੀਰ ਜਿਉਂਦਾ ਹੈ। ਜਦੋਂ ਜਿੰਦ ਵੱਖਰੀ ਹੋ ਗਈ, ਪ੍ਰਾਣ ਵੱਖਰੇ ਹੋ ਗਏ, ਟੇਰਤ ਪ੍ਰੇਤ ਪੁਕਾਰ, ਸਾਰੇ ਆਖਣਗੇ ਕਿ ਹੁਣ ਇਹ ਪ੍ਰੇਤ ਬਣ ਗਏ। ਪਾਓ ਕਿ ਛੇਤੀ ਕਰੋ, ਹੁਣ ਰੱਖਣ ਦਾ ਕੋਈ ਲਾਭ ਨਹੀਂ। ਔਰ ਕਈ ਵਾਰੀ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਮਨੁੱਖ ਟਾਈਮ ਕੁਝ ਹੋਰ ਦਿੰਦਾ ਹੈ, ਉਸ ਤੋਂ ਵੀ ਛੇਤੀ ਕਾਹਲੀ ਪਈ ਹੁੰਦੀ ਹੈ ਘਰੋਂ ਕੱਢਣ ਦੀ। ਕਿਉਂਕਿ ਉਸ ਸਰੀਰ ਦੇ ਨਾਲ ਜਿਉਂਦੇ ਜੀ ਤਾਂ ਵਿਵਹਾਰ ਜੁੜਿਆ ਸੀ। ਕੋਈ ਮਾਂ ਹੋਏਗੀ, ਪਿਤਾ ਹੋਏਗਾ, ਪੁੱਤਰ ਹੋਏਗਾ, ਧੀ ਹੋਏਗੀ। ਉਦੋਂ ਜਦੋਂ ਪ੍ਰਾਣ ਨਿਕਲ ਕੇ ਫਿਰ ਇਹ ਵੀ ਸੰਬੰਧ ਟੁੱਟ ਗਏ। ਭਾਵੇਂ ਮਨੁੱਖ ਰਸਮਾਂ ਕਰਦਾ ਹੈ ਕਈ ਵਾਰੀ, ਪਰ ਸਾਹਿਬ ਜੀ ਕਹਿੰਦੇ ਨੇ ਇਹ ਗੱਲ ਯਾਦ ਰੱਖੀ ਕਿ ਜਦੋਂ ਤੱਕ ਤਨ ਵਿੱਚ ਪ੍ਰਾਣ ਨੇ ਉਦੋਂ ਤੱਕ ਠੀਕ ਹੈ। ਜਿੱਦਾਂ ਪ੍ਰਾਣ ਨਿਕਲ ਗਏ ਫਿਰ ਤੈਨੂੰ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਾ। ਆਦ ਘੜੀ ਕੋਊ ਨਹਿ ਰਾਖੈ, ਅੱਧੀ ਘੜੀ ਕਿਸ ਨੇ ਆਪਣੇ ਘਰ 'ਚ ਨਹੀਂ ਰੱਖਣਾ। ਘਰ ਤੇ ਦੇਤ ਨਿਕਾਰ, ਘਰ ਵਿੱਚੋਂ ਕੱਢ ਦੇਣਗੇ। ਕਈ ਵਾਰੀ ਮਨੁੱਖ ਪੂਰੀ ਜ਼ਿੰਦਗੀ ਉਸ ਘਰ ਨੂੰ ਸੰਵਾਰਦਾ ਹੈ, ਸ਼ਿੰਗਾਰਦਾ ਹੈ, ਤੇ ਸਤਿਗੁਰਾਂ ਦੀ ਬਾਣੀ ਨੇ ਇਸ ਕਰਕੇ ਸਾਨੂੰ ਸਾਰੇ ਹਵਾਲੇ ਦਿੱਤੇ। ਇੱਥੇ ਤੱਕ ਕਿਹਾ ਕਿ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ। ਬੰਦਾ ਬੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਪੁੱਟਦਾ ਹੈ ਕਿ ਇਸ ਘਰ 'ਚ ਮੈਂ ਰਹਿਣਾ, ਇਹ ਘਰ ਦਾ ਮਾਲਕ ਹਾਂ ਮੈਂ, ਮੇਰਾ ਘਰ ਪੱਕਾ ਹੋਣਾ ਚਾਹੀਦਾ, ਬਹੁਤ ਮਜ਼ਬੂਤ ਹੋਣਾ ਚਾਹੀਦਾ। ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਦਕਾਈ, ਜਿਨ ਤਰ ਦਰ ਬੂਨ ਮਟਾਏ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਵਿਨਸ ਜਾਏ ਝੂਟੀ ਦੇਹੀ। मेरी मेरी कैरो करते दुर्योधन से पाई, 12 जोजन छत्र चला था, देही गर्जन खाई। सरब स्वयं की लंका होती, राम से अदकाई। कहाँ पहोदर बांधे हाथी, खिन में पही पराई। यही असलियत है, यही सच्चाई है। इस सच्चाई ਨੂੰ ਸਾਡੇ ਸਾਹਮਣੇ ਸਤਿਗੁਰ ਰੱਖ ਰਹੇ ਨੇ ਕਿ ਲੋਕਾਂ ਨੇ ਪ੍ਰੇਤ ਕਹਿਣਾ ਹੈ ਔਰ ਅੱਧੀ ਘੜੀ ਕਿਸੇ ਨੇ ਤੈਨੂੰ ਘਰ ਵਿੱਚ ਨਹੀਂ ਰੱਖਣਾ। ਜਦੋਂ ਅੱਗੇ ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਾਂਗੇ ਨਾ, ਉੱਥੇ ਵੀ ਮਹਾਰਾਜ ਆਖਣਗੇ ਕਿ ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਹੀ ਸੁਖ ਸੋ ਸਭ ਲਾਗੇ, ਕੋ ਕਾਹੂ ਕੋ ਨਾਹੀ। ਸਾਰੇ ਆਪਣੇ ਸੁੱਖਾਂ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਨੇ, ਕੋਈ ਕਿਸੇ ਦਾ ਨਹੀਂ ਹੈ। ਆਪਣੇ ਹੀ ਸੁਖ ਸੋ ਸਭ ਲਾਗੇ, ਕੋ ਕਾਹੂ ਕੋ ਨਾਹੀ। सुख में आन बहुत मिल बैठत, रहत चाहुंदे घेरै। विपत परी सब ही संग छाड़त, कोउ न आवत नेरै। कर की नार बहुत हित जासो, सदा रहत संग लागी। जब ही हंस तजी ए काया, प्रेत प्रेत कर भागी। ये समझा रहे ने, जिहड़ी गल इत्थे कह रहे ने सतगुरु, कहंदे ने तन ते प्राण होत जब न्यारे, टेरत प्रेत पुकार। ਉੱਥੇ ਵੀ ਕਹਿ ਰਹੇ ਨੇ ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਤੇ ਸਤਿਗੁਰੂ ਕੀ ਸਮਝਾਉਂਦੇ ਨੇ? ਮਹਾਰਾਜ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ,
ਜਿਨ੍ਹਾਂ ਦੇ ਕਰਕੇ ਤੂੰ ਪਰਮਾਤਮਾ ਨੂੰ ਭੁਲਾਇਆ, ਔਰ ਜਿਨ੍ਹਾਂ ਦੇ ਵਿੱਚ ਖਚਿਤ ਹੋ ਕੇ ਤੂੰ ਕਹਿੰਦਾ ਇਹ ਮੇਰੇ ਨੇ, ਉਹਨਾਂ ਨੇ ਤੈਨੂੰ ਘਰ 'ਚ ਨਹੀਂ ਰੱਖਣਾ, ਤੈਨੂੰ ਪ੍ਰੇਤ ਕਹਿ ਦੇਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੱਲ ਯਾਦ ਰੱਖ ਕਿ ਅੰਤ ਵੇਲੇ ਹੋਰ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਕਰ ਕੀ ਨਾਰ ਬਹੁਤ ਹੀ ਜਾਸੋ ਸਦਾ ਰਹਿਤ ਸੰਗ ਲਾਗੀ, ਜਬੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੋ ਨੇਹ ਲਗਾਇਓ। ਜਿਸ ਦੇ ਨਾਲ ਤੂੰ ਸਨੇਹ ਬਣਾ ਕੇ ਬੈਠਾ ਨਾ, ਪ੍ਰੇਮ ਬਣਾ ਕੇ, ਇਸ ਵਿਦ ਦਾ ਵਿਵਹਾਰ ਹੈ। ਜਿਹੜੀ ਗੱਲ ਜੇ ਸ਼ਬਦ ਵਿੱਚ ਕਹਿ ਰਹੇ ਨੇ ਸਭ ਕੁਝ ਜੀਵਤ ਕੋ ਵਿਵਹਾਰ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੋ ਨੇਹ ਲਗਾਇਓ। ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ। ਅੰਤ ਵੇਲੇ ਹੈ ਨਾਨਕ ਜੀ ਹਰੀ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਕੰਮ ਨਹੀਂ ਆਉਣਾ। ਜਿਨ੍ਹਾਂ ਨੂੰ ਤੂੰ ਆਪਣੇ ਸਮਝ ਕੇ, ਜਿਸ ਨੂੰ ਆਪਣਾ ਸਗਾ ਸੰਬੰਧ ਸਮਝ ਰਿਹਾ, ਇਹ ਵਿਵਹਾਰ ਹੈ ਜਗਤ ਦਾ ਕਿ ਉਹਨਾਂ ਨੇ ਹੀ ਪ੍ਰੇਤ ਕਹਿਣਾ ਹੈ, ਉਹਨਾਂ ਨੇ ਕਹਿਣਾ ਛੇਤੀ ਕੱਢੋ, ਹੁਣ ਰੱਖਣ ਦਾ ਜੀ ਕੋਈ ਫਾਇਦਾ ਨਹੀਂ। ਜਿਹੜਾ ਬੰਦਾ ਪੂਰੀ ਜ਼ਿੰਦਗੀ ਆਪਣੇ ਘਰ ਨੂੰ ਸੰਵਾਰਦਾ ਸ਼ਿੰਗਾਰਦਾ ਰਹਿੰਦਾ ਹੈ, ਹਾਏ ਤੋਬਾ ਕਰਦਾ ਰਹਿੰਦਾ, ਮੇਰਾ ਸੁੰਦਰ ਘਰ, ਮੇਰਾ ਸੁੰਦਰ ਪਰਿਵਾਰ, ਤੇ ਸਤਿਗੁਰੂ ਕਹਿੰਦੇ ਇਹ ਸੱਚਾਈ ਹੈ ਕਿ ਕਿਸੇ ਨੇ ਤੈਨੂੰ ਅੱਧੀ ਘਰੀ ਵੀ ਘਰ 'ਚ ਨਹੀਂ ਰੱਖਣਾ। ਆਦ ਘਰੀ ਕੋਊ ਨਾ ਰੱਖੈ, ਘਰ ਤੇ ਦੇਤ ਨਿਕਾਰ, ਘਰ ਵਿੱਚੋਂ ਕੱਢਦੇ ਆ। ਫਿਰ ਕਿੱਥੇ ਨੇ ਤੇਰੇ ਮਾਤਾ ਪਿਤਾ? ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ, ਕੱਢ ਫੁੱਟੇ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ। ਫਿਰ ਤਾਂ ਉਹੀ ਹੋਣਾ ਨਾ, ਸਾਰਿਆਂ ਨੇ ਕਾਢੋ ਕਾਢੋ ਕਰਨੀ, ਵੀ ਹੁਣ ਛੇਤੀ ਕੱਢੋ। ਮਰ ਗਏ ਤੈਨੂੰ ਅੱਧੀ ਘੜੀ ਵੀ ਰੱਖਣਾ ਨਹੀਂ ਹੈ। ਤੇਰਾ ਘਰ ਹੈ, ਤੇਰਾ ਬੋਰਡ ਲੱਗਿਆ, ਜਦ ਤੱਕ ਤੇਰੇ ਅੰਦਰ ਜਿੰਦ ਹੈ, ਤੇਰੇ ਅੰਦਰ ਜਾਨ ਹੈ। ਕੁਛ ਦਿਨਾਂ ਨੂੰ ਤੇਰੇ ਘਰ ਦੇ ਅੱਗੇ ਦਾ ਤੇਰਾ ਬੋਰਡ ਵੀ ਚੇਂਜ ਹੋ ਜਾਣਾ, ਤੇਰੀਆਂ ਚੀਜ਼ਾਂ ਵੀ ਪਾਸੇ ਹੋ ਜਾਣੀਆਂ। ਇਹ ਸੱਚਾਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ, ਇਸ ਵਿਵਹਾਰ ਨੂੰ ਚੰਗੀ ਤਰ੍ਹਾਂ ਸਮਝ ਲੈ, ਕਿਉਂਕਿ ਇਹ ਵਿਵਹਾਰ ਜਿਉਂਦੇ ਜੀ ਦਾ ਹੈ, ਮਰਨ ਤੋਂ ਬਾਅਦ ਦਾ ਨਹੀਂ ਹੈ। ਇਹ ਅੱਜ ਤੋਂ ਨਹੀਂ, ਆਦਿ ਕਾਲ ਤੋਂ ਚੱਲਦਾ ਆ ਰਿਹਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ, ਅਗਲੇ ਵਚਨ ਕਰਦੇ ਨੇ, ਕਹਿੰਦੇ ਮ੍ਰਗ ਤ੍ਰਿਸ਼ਨਾ ਜੋ ਜਗ ਰਚਨਾ। ਮ੍ਰਗ ਦਾ ਅਰਥ ਹੈ ਹਿਰਨ। ਜਿਵੇਂ ਕਿ ਨਗ ਹੀਰੇ ਦੀ ਪ੍ਰਾਪਤੀ ਵਾਸਤੇ ਹਿਰਨ ਦੌੜਦਾ ਰਹਿੰਦਾ ਹੈ, ਦੌੜਦਾ ਰਹਿੰਦਾ ਹੈ, ਇਸ ਤਰ੍ਹਾਂ ਜਗਤ ਦੀ ਰਚਨਾ ਇਸ ਤਨ ਪਦਾਰਥਾਂ ਨੂੰ ਮਾਇਆ ਨੂੰ ਦੌੜਨ ਵਾਸਤੇ ਲੱਗੀ ਹੋਈ ਹੈ, ਇਕੱਠਾ ਕਰਨ ਵਾਸਤੇ। ਇਹ ਵੀ ਕਰ ਲਵਾਂ, ਇਹ ਵੀ ਕਰ ਲਵਾਂ, ਇਹ ਵੀ ਕਰ ਲਵਾਂ। ਯਾਰ ਦੇਖੋ ਹਿਰਦੇ ਵਿਚਾਰ। ਸਤਿ ਕਹਿੰਦੇ ਇਸ ਗੱਲ ਨੂੰ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲੈ ਵੀ ਤੇਰੀ ਤ੍ਰਿਸ਼ਨਾ ਵੀ ਹਿਰਨ ਵਰਗੀ ਹੈ, ਜੋ ਕਸਤੂਰੀ ਦੀ ਪ੍ਰਾਪਤੀ ਵਾਸਤੇ ਦੌੜਦਾ ਹੈ, ਤ੍ਰਿਸ਼ਨਾ ਦੇ ਅਧੀਨ ਦੌੜਦਾ ਹੈ, ਵਾਸਨਾ ਦੇ ਅਧੀਨ ਦੌੜਦਾ ਹੈ। ਇਸ ਤਰ੍ਹਾਂ ਤੂੰ ਵੀ ਪੂਰੀ ਜ਼ਿੰਦਗੀ ਦੌੜਦਾ ਰਹਿੰਦਾ ਹੈ। ਇਸ ਜੀਵਨ ਜਾਚ ਨੂੰ ਸਾਧੂ ਕਹਿੰਦੇ ਨੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇਖ ਲੈ, ਚੰਗੀ ਤਰ੍ਹਾਂ ਵਿਚਾਰ ਕਰ ਲੈ। ਔਰ ਵਾਰ-ਵਾਰ ਜੇ ਗੁਰਬਾਣੀ ਕਰੇ ਚੰਗੀ ਤਰ੍ਹਾਂ ਵਿਚਾਰ ਲਓ, ਚੰਗੀ ਤਰ੍ਹਾਂ ਦੇਖ ਲਓ। ਇਹਦਾ ਅਰਥ ਵੀ ਬੜਾ ਸਪਸ਼ਟ ਹੈ ਕਿ ਆਪਣੇ ਜੀਵਨ ਵਿੱਚ ਇਹ ਸੋਚਦੇ ਹੋਏ ਕਿ ਸ਼ਾਇਦ ਅਸੀਂ ਪਰਿਵਾਰ ਨੂੰ ਖੁਸ਼ ਕਰ ਲਵਾਂਗੇ, ਸਮਾਜ ਨੂੰ ਖੁਸ਼ ਕਰ ਲਵਾਂਗੇ, ਜਾਂ ਪਰਿਵਾਰ ਜਿਹੜਾ ਅਸੀਂ ਬਹੁਤਾ ਕੰਮ ਕਰਾਂਗੇ ਤੇ ਭਜਨ ਬੰਦ ਕੇ ਛੱਡ ਕੇ ਦਿਨ ਰਾਤ ਪੈਸੇ ਕਮਾਵਾਂਗੇ ਤੇ ਖੁਸ਼ ਹੋ ਜਾਣਗੇ। ਖੁਸ਼ ਤਾਂ ਵੀ ਨਹੀਂ ਹੋਣਾ। ਕਈਆਂ ਦਾ ਵਿਚਾਰ ਹੁੰਦਾ ਨਾ ਵੀ ਅਸੀਂ ਦਿਨ ਰਾਤ ਕਮਾਈ ਕਰੀਏ, ਬਹੁਤੇ ਪੈਸੇ ਇਕੱਠੇ ਕਰਕੇ ਆਪਣੇ ਬੱਚਿਆਂ ਨੂੰ ਦੇ ਦਈਏ, ਸਾਡੇ ਬੱਚੇ ਬੜੇ ਪ੍ਰਸੰਨ ਹੋਣਗੇ, ਸਾਡੇ ਬੜੇ ਗੁਣ ਗਾਣਗੇ। ਐਸੀ ਗੱਲ ਵੀ ਨਹੀਂ ਹੈ। ਸਾਨੂੰ ਭੁਲੇਖੇ ਹੀ ਨੇ ਨਾ ਕੇਵਲ। ਇੱਕ ਸਮਾਂ ਤਾਂ ਉਹ ਵੀ ਆ ਜਾਂਦਾ ਹੈ, ਮੈਂ ਦੇਖਦਾ ਜਦੋਂ ਲੋਕ ਕਹਿੰਦੇ ਨੇ ਕਿ ਹੁਣ ਤਾਂ ਤੁਸੀਂ ਅਰਦਾਸ ਕਰ ਦਿਓ ਸਾਡੇ ਵੱਡਿਆਂ ਦੀ। ਪੂਰੀ ਜ਼ਿੰਦਗੀ ਉਸ ਬੰਦੇ ਨੇ ਕਦੀ ਵਿਸ਼ਰਾਮ ਕਰਕੇ ਨਹੀਂ ਵੇਖਿਆ, ਕਦੀ ਗੁਰਦੁਆਰਾ ਨਹੀਂ ਵੇਖਿਆ, ਕਦੀ ਪਾਠ ਨਹੀਂ ਵੇਖਿਆ। ਤੁਹਾਡੇ ਕਰਕੇ ਕਦੀ ਦੁਕਾਨ ਤੇ, ਕਦੀ ਕਾਰੋਬਾਰ ਤੇ, ਕਦੀ ਮਾਰਕੀਟ, ਕਦੀ ਉਸ ਪਾਸੇ, ਕਦੀ ਉਸ ਪਾਸੇ। ਉਹਨੂੰ ਪੁੱਛ, ਕਦੀ ਕਹਿੰਦੇ ਸੀ ਵੀ ਤੂੰ ਕਦੀ ਗੁਰਦੁਆਰੇ ਆ ਜਾਇਆ ਕਰ, ਪਾਠ ਕਰਿਆ ਕਰ। ਕੀ ਕਰੀਏ ਜੀ, ਬੜੇ ਝਮੇਲੇ ਨੇ, ਬੜੇ ਕੰਮ ਨੇ, ਬੜੇ ਮੁਸ਼ਕਿਲ ਨਾਲ ਕੰਮ ਚੱਲਦੇ ਆ। ਬੱਚਿਆਂ ਨੂੰ ਸਟੈਂਡ ਕਰਨਾ, ਬੱਚੇ ਸਟੈਂਡ ਹੋ ਗਏ ਪਰ ਤੂੰ ਆਪਣੇ ਆਪ ਨੂੰ ਸਟੈਂਡ ਨਹੀਂ ਕਰ ਸਕਿਆ।
ਹੁਣ ਬੱਚੇ ਤੇਰੀ ਦੁਆਵਾਂ ਕਰਦੇ ਨੇ, ਜਦੋਂ ਸੇਵਾ ਕਰਨ ਦਾ ਵਕਤ ਆਇਆ ਨਾ, ਕਦੀ ਤੂੰ ਉਹਨਾਂ ਦੀ ਸੇਵਾ ਕੀਤੀ, ਤੂੰ ਦਿਨ ਰਾਤ ਦੌੜਦਾ ਰਿਹਾ ਆਪਣੇ ਬੱਚਿਆਂ ਦੀ ਸੇਵਾ ਵਾਸਤੇ। ਅੱਜ ਉਹ ਵੀ ਸਮਾਂ ਆਇਆ ਕਿ ਜਦੋਂ ਸੇਵਾ ਦਾ ਵਕਤ ਆਇਆ ਤੇ ਫਿਰ ਉਸਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ, ਜਾਂ ਫਿਰ ਅਰਦਾਸਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਅਰਦਾਸਾਂ ਕਰ ਦਿਓ ਵੀ ਹੁਣ ਸਾਡੇ ਕੋਲੋਂ ਸੇਵਾ ਨਹੀਂ ਹੁੰਦੀ। ਉਸਦੀ ਹਾਲਤ ਐਸੀ ਕਿਉਂ ਬਣੀ? ਕਦੀ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰੇ ਕਰੀਏ ਬਾਣੀ ਦੇ ਰਾਹੀਂ ਵੀ ਐਸੀ ਹਾਲਤ ਬਣ ਜਾਂਦੀ ਬੰਦੇ ਦੀ ਕਿ ਉਹਦਾ ਸਰੀਰ ਇਸ ਨਾਲ ਨਿਢਾਲ ਹੋ ਜਾਂਦਾ। ਕਿਉਂਕਿ ਉਹਦਾ ਸਰੀਰ, ਉਹਨੇ ਸਰੀਰ ਨੂੰ ਕਦੀ ਆਰਾਮ ਹੀ ਨਹੀਂ ਦਿੱਤਾ, ਸਰੀਰ ਨੂੰ ਜੋ ਚਾਹੀਦਾ ਸੀ ਖਾਣ ਨੂੰ ਨਹੀਂ ਦਿੱਤਾ। ਇਸ ਬੋਡੀ ਨੂੰ ਵੀ ਤਾਂ ਤੱਤ ਚਾਹੀਦੇ ਨੇ ਨਾ। ਇਸ ਬੋਡੀ ਨੂੰ ਸਹੀ ਰੱਖਣ ਵਾਸਤੇ, ਸਰੀਰ ਨੂੰ ਸਲਾਮਤ ਰੱਖਣ ਵਾਸਤੇ, ਸਰੀਰ ਨੂੰ ਸੁਖੀ ਰੱਖਣ ਵਾਸਤੇ ਪੂਰੇ ਪੋਸ਼ਕ ਤੱਤ ਸਾਨੂੰ ਚਾਹੀਦੇ। ਪਰ ਅਸੀਂ ਇਸ ਕਰਕੇ ਨਹੀਂ ਲੈ ਪਾਉਂਦੇ ਕਿਉਂਕਿ ਅਸੀਂ ਕਹਿੰਦੇ ਅਸੀਂ ਬੱਚਿਆਂ ਨੂੰ ਸਟੈਂਡ ਕਰਨਾ, ਬੱਚਿਆਂ ਨੂੰ ਬਹੁਤ ਅਮੀਰ ਕਰਕੇ ਜਾਵਾਂਗੇ। ਫਿਰ ਬਾਅਦ ਦੇ ਵਿੱਚ ਲਾਸਟ ਸਟੇਜ ਆ ਜਾਂਦੀ ਹੈ ਸਰੀਰ ਦੀ, ਜਿੱਥੇ ਸਰੀਰ ਸਾਥ ਨਹੀਂ ਦਿੰਦਾ ਬੰਦੇ ਦਾ। ਬੱਚੇ ਸੇਵਾ ਕਰਦੇ ਨੇ। ਇਸ ਕਰਕੇ ਪਹਿਲਾ ਯਤਨ ਜੀਵਨ ਦਾ ਆਪਣੇ ਸਰੀਰ ਨੂੰ ਸੈੱਟ ਰੱਖਣ ਦਾ ਹੋਣਾ ਚਾਹੀਦਾ। ਤੁਸੀਂ ਵੇਖ ਲਓ ਬਾਕੀ ਦੇ ਮੁਲਕਾਂ ਦੇ ਅੰਦਰ, ਜਾਪਾਨ ਦੇ ਵਿੱਚ 125 ਸਾਲਾਂ ਦੇ ਜੋ ਬਜ਼ੁਰਗ ਨੇ ਉਹ ਵੀ ਸੈਲਫ ਡਿਪੈਂਡ ਨੇ, ਕਿਸੇ ਦੇ ਉੱਤੇ ਡਿਪੈਂਡ ਨਹੀਂ ਬੰਦੇ। 125 25 30 ਸਾਲਾਂ ਦੀ ਉਮਰ, 100 ਸਾਲਾਂ ਦੀ ਉਮਰ, ਕਿਸੇ ਦੇ ਉੱਤੇ ਡਿਪੈਂਡ ਨਹੀਂ, ਆਪਣੇ ਆਪ ਦੇ ਵਿੱਚ ਸਾਰੇ ਕਾਰਜ ਕਰਦੇ। ਅਮਰੀਕਾ 'ਚ ਦੇਖ ਲਓ ਜਾ ਕੇ। ਸਾਡੇ ਕਿਉਂਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ, ਜੇ ਲਾਸਟ ਸਟੇਜ ਦੇਖੇ ਨਾ, ਇੰਡੀਆ ਦੇ ਵਿੱਚ ਬਜ਼ੁਰਗੀ ਜਿਹੜੀ ਹੈ ਉਹ ਸਭ ਤੋਂ, ਦੁਨੀਆ ਵਿਸ਼ਵ ਭਰ ਦੇ ਵਿੱਚ ਦੇਖਾਂਗੇ ਤਾਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਪੈਂਦੀ ਇਸ ਗੱਲ ਦੀ। ਕਿਉਂਕਿ ਜਿਹੜਾ ਸਾਡੇ ਇੱਥੇ ਦਾ ਵਾਤਾਵਰਨ ਹੈ ਜਾਂ ਆਬੋ ਹਵਾ ਹੈ ਉਹ ਹਾਏ ਤੋਬਾ ਵਾਲੀ, ਮਿਰਗ ਤ੍ਰਿਸ਼ਨਾ ਵਾਲੀ ਹੈ ਸਾਰੀ। ਸਾਡੇ ਨਾਲ ਸਭ ਤੋਂ ਜ਼ਿਆਦਾ ਮਿਰਗ ਤ੍ਰਿਸ਼ਨਾ ਹੈ। ਉਹਨਾਂ ਲੋਕਾਂ ਨੂੰ ਤੁਸੀਂ ਵੇਖੋ, 5 ਦਿਨ ਕਮਾਉਂਦੇ ਨੇ, 2 ਦਿਨ ਉਡਾ ਦਿੰਦੇ ਨੇ, ਫਿਰ 5 ਦਿਨ ਕਮਾਉਂਦੇ ਨੇ, ਫਿਰ ਉਡਾ ਦਿੰਦੇ ਨੇ। ਜ਼ਿੰਦਗੀ ਵਿੱਚ ਸਾਡੀ ਤਰ੍ਹਾਂ ਮਿਰਗ ਤ੍ਰਿਸ਼ਨਾ ਨਹੀਂ ਕੋਈ ਵੀ ਇਤਨਾ ਹੋਰ ਇਕੱਠਾ ਕਰ ਲਈਏ, ਇਤਨਾ ਹੋਰ ਇਕੱਠਾ ਕਰ ਲਈਏ। ਜ਼ਿੰਦਗੀ ਉਹਨਾਂ ਦੀ ਵੀ ਬਤੀਤ ਹੋ ਰਹੀ ਹੈ, ਸਾਡੇ ਨਾਲੋਂ ਵਧੀਆ ਬਤੀਤ ਹੋ ਰਹੀ ਹੈ, ਸਾਡੇ ਨਾਲੋਂ ਜ਼ਿਆਦਾ ਉਮਰ ਜੀ ਰਹੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਰੀਆਂ ਗੱਲਾਂ ਨੂੰ ਸਾਡੇ ਸਮਕਸ਼ ਰੱਖਿਆ ਔਰ ਆਖਿਆ, ਕਹਿੰਦੇ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ ਯਹ ਦੇਖੋ ਹਿਰਦੇ ਵਿਚਾਰ। ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰ ਕੇ ਵੇਖੋ। ਫਿਰ ਕੀ ਕਹਿ ਰਹੇ ਨੇ? ਕਹੋ ਨਾਨਕ ਭਜ ਰਾਮ ਨਾਮ ਨਿਤ, ਹੇ ਨਾਨਕ ਆਖ ਤੂੰ ਪਰਮਾਤਮਾ ਦੇ ਸਿਵ ਸਲਾਹ ਦੀ ਬਾਣੀ ਨੂੰ ਉਚਾਰਨ ਕਰ। ਰੋਜ਼ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ, ਨਿਤਾ ਪ੍ਰਤੀ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਸਿਵ ਸਲਾਹ ਕਰਿਆ ਕਰ। ਜਾਤੇ ਹੋਤ ਉਧਾਰ, ਉਸ ਸਿਫਤ ਸਲਾਹ ਦੀ ਬਰਕਤ ਦੇ ਨਾਲ ਤੇਰਾ ਉਧਾਰ ਹੋ ਜਾਵੇਗਾ, ਤੇਰਾ ਪਾਰ ਉਤਾਰਾ ਹੋ ਜਾਵੇਗਾ, ਤੂੰ ਮਿਰਗ ਤ੍ਰਿਸ਼ਨਾ ਤੋਂ ਬਚ ਜਾਏਗਾ। ਜੇ ਅਸੀਂ ਆਪਣਾ ਉਧਾਰ ਕਰਨਾ ਚਾਹੁੰਦੇ ਹਾਂ ਤੇ ਇੱਕ ਗੱਲ ਯਾਦ ਰੱਖਣਾ, 2 ਚੀਜ਼ਾਂ ਦੇ ਉੱਤੇ ਸਾਨੂੰ ਫੋਕਸ ਕਰਨਾ ਪੈਣਾ। ਇੱਕ ਭਜਨ, ਇੱਕ ਭੋਜਨ। ਭੋਜਨ ਵਾਸਤੇ ਕਮਾਣਾ ਹੈ ਔਰ ਭੋਜਨ ਇਤਨਾ ਇਕੱਠਾ ਕਰੀਏ ਕਿ ਜਿਹੜਾ ਅਸੀਂ ਉਸ ਭੋਜਨ ਨੂੰ ਯੂਜ ਕਰ ਸਕੀਏ, ਵਰਤ ਸਕੀਏ। ਔਰ ਭਜਨ ਇਤਨਾ ਇਕੱਠਾ ਕਰੀਏ ਕਿ ਉਹ ਸਾਡੀ ਪੁਸਤਾ ਵੀ ਛਕਣ, ਸਾਡੇ ਦੋਸਤ ਮਿੱਤਰ ਵੀ ਛਕਣ, ਉਹ ਵੀ ਉਸ ਭਜਨ ਦਾ ਲਾਹਾ ਲੈਣ। ਅਸੀਂ ਭੋਜਨ ਇਤਨਾ ਇਕੱਠਾ ਕਰ ਦਿੰਦੇ ਹਾਂ, ਪੁਸਤਾ ਤੱਕ ਛਕਦੀਆਂ, ਪਰ ਸਾਡਾ ਭਜਨ ਇਕੱਠਾ ਨਹੀਂ ਹੁੰਦਾ। ਸਾਡਾ ਭਜਨ, ਸਾਡੇ ਹੈ ਹੀ ਨਹੀਂ ਭਜਨ। ਵੀ ਸਾਡੇ ਬੱਚੇ ਕਹਿਣ ਦੇਖੋ ਸਾਡਾ ਬਾਪੂ ਭਜਨ ਕਰਦਾ ਸੀ, ਅਸੀਂ ਵੀ ਕਰਨਾ। ਸਾਡੇ ਬਾਪੂ 'ਚ ਬੜੀ ਨਿਮਰਤਾ ਸੀ, ਅਸੀਂ ਵੀ ਉਹ ਨਿਮਰਤਾ ਦੇ ਧਾਰਨੀ ਹੋਣਾ। ਸਗੋਂ ਬੱਚੇ ਕੀ ਕਹਿੰਦੇ, ਸਾਡਾ ਬਾਪੂ ਦਾ ਬੜਾ ਚੰਚਲ ਸੀ, ਸਾਡੇ ਬਾਪੂ ਦੇ ਵਿੱਚ ਤੇ ਬੜੀਆਂ ਵਾਸਨਾਵਾਂ ਸੀ, ਸਾਡੇ ਬਾਪੂ ਦੇ ਵਿੱਚ ਤੇ ਇਹ ਸੀ। ਤੇ ਅਸੀਂ ਇਕੱਠਾ ਕੀ ਕੀਤਾ? ਭੋਜਨ, ਵਾਸਨਾ। ਅਸੀਂ ਇਕੱਠਾ ਕਰਨਾ ਭਜਨ, ਸਿਫਤ। ਭੋਜਨ ਚਾਹੀਦਾ, ਸਰੀਰ ਦੀ ਖੁਰਾਕ ਹੈ। ਔਰ ਇਹ ਭੋਜਨ ਇੱਕ ਆਪਣੇ ਜੀਵਨ ਵਾਸਤੇ ਉਤਨਾ ਕੋ ਇਕੱਠਾ ਕਰ ਲਈਏ ਵੀ ਸਾਡਾ ਜੀਵਨ ਉਸ ਦੇ ਰਾਹੀਂ ਸੁਖਾਲਾ ਨਿਕਲ ਜਾਏ।
ਇਹ ਨਹੀਂ ਕਿ ਮੇਰੀਆਂ 7 ਪੁਸਤਾਂ ਜਿਹੜੀਆਂ ਸੁਖੀ ਹੋ ਜਾਣ, ਮੇਰੇ ਬੱਚੇ ਬਹੁਤ ਸਟੈਂਡ ਹੋ ਜਾਣ। ਮੈਂ ਆਲੇ ਦੁਆਲੇ ਕਈ ਵਾਰੀ ਦੇਖਦਾ ਨਾ, ਜਿਨ੍ਹਾਂ ਦੇ ਮਾਪਿਓ ਨੇ ਬੜਾ ਕੁਝ ਕੀਤਾ, ਉਹਨਾਂ ਦੇ ਬੱਚੇ ਨਕਾਰਾ ਹੋ ਗਏ, ਉਹ ਕੋਈ ਕੰਮ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ, ਨਕਾਰਾ ਹੋ ਗਏ, ਸਰੀਰ ਖਰਾਬ ਹੋ ਗਏ ਉਹਨਾਂ ਦੇ। ਕਿਉਂਕਿ ਬਾਪੂ ਦੇ ਉਸ ਵੇਲੇ ਦੇ ਲਾਏ ਪੈਸੇ, ਉਦ ਕੀਤੀ ਹੋਈ ਬਾਪੂ ਦੀ ਕਮਾਈ, ਔਰ ਕਮਾਈ ਤੋਂ ਉਸਨੇ ਬੜਾ ਕੁਝ ਇਕੱਠਾ ਕੀਤਾ, ਉਹਦੇ ਰਾਹੀਂ ਪੈਸੇ ਆਈ ਜਾ ਰਹੇ ਨੇ ਤੇ ਉਹ ਕੰਮ ਕਰਕੇ ਰਾਜੀ ਨੇ, ਸਰੀਰ ਖਰਾਬ ਕਰ ਲਿਆ ਆਪਣੇ। ਇਸ ਕਰਕੇ ਸਰੀਰ ਨੂੰ ਠੀਕ ਕਰਨ ਵਾਸਤੇ ਵੀ ਸਾਨੂੰ ਜੋ ਕਿਰਤ ਕਰਨੀ ਚਾਹੀਦੀ ਹੈ, ਭਾਵੇਂ ਕੋਈ ਵੀ ਕੰਮ ਕਰੀਏ। ਇੱਕ ਬੰਦੇ ਨੂੰ ਮੈਂ ਕਿਹਾ ਵੀ ਕਿਰਤ ਕਰਿਆ ਕਰ, ਬਤਾਓ ਕੀ ਕਹਿੰਦਾ? ਕਹਿੰਦਾ ਬਾਪੂ ਇਤਨਾ ਛੱਡ ਗਿਆ, ਲੋੜ ਹੀ ਨਹੀਂ। ਮੈਂ ਕਿਹਾ ਬਾਪੂ ਛੱਡ ਗਿਆ, ਲੋੜ ਨਹੀਂ, ਪਰ ਤੇਰਾ ਸਰੀਰ ਚੱਲਦਾ ਰਹੇਗਾ ਜੇ ਤੂੰ ਕਿਰਤ ਕਰੇਗਾ, ਨਹੀਂ ਤਾਂ ਸਰੀਰ ਨਕਾਰਾ ਹੋ ਜਾਏਗਾ, ਬੇਕਾਰ ਹੋ ਜਾਏਗਾ, ਕਿਤਨੇ ਰੋਗ ਆ ਕੇ ਲੱਗ ਜਾਣਗੇ। ਸਰੀਰ ਨੂੰ ਜਲਦਾ ਰੱਖਣ ਵਾਸਤੇ ਕਿਰਤ ਕਰ, ਕੋਈ ਵੀ ਕੰਮ ਕਰ ਲੈ, ਬਿਨਾਂ ਪੈਸੇ ਕਮਾਉਣ ਵਾਸਤੇ ਕਰ ਲੈ। ਉਹ ਕਹਿੰਦਾ ਉਹ ਕਿਵੇਂ? ਮੈਂ ਕਿਹਾ ਲੋਕਾਂ ਦੀ ਸੇਵਾ ਕਰਿਆ ਕਰ ਜਾ ਕੇ। ਜੇ ਤੇਰੇ ਕੋਲ ਸਾਧਨ ਹੈ ਕਮਾਈ ਦਾ ਤੇ ਸਿਰਫ ਕਮਾਈ ਵਾਸਤੇ ਕਰਨਾ, ਕੋਈ ਐਸਾ ਕੰਮ ਖੋਲੇ ਜਿੱਥੇ ਲੋਕਾਂ ਦਾ ਭਲਾ ਹੋਵੇ, ਕਮਾਈ ਨਾ ਕਰ। ऐसे भी बड़े कारण ने, कितने तेरे लोग आएंगे तेरे को और तेरा शरीर चलता रहेगा। पर जो जिन्हों बैठे बिठाए खान नूं मिल जावे, कुछ करना ना पवे, गुस्ताखी माप, वो की करेगा बंदा। इस करके भजन और भोजन इस शरीर की जरूरत है। भोजन तो असीं बहुत ज़्यादा इकट्ठा कर लैंदे हां, पर भजन उतना भी नहीं जितना सानूं चाहीदा है, जिस दे नाल साडी तृष्णा खत्म हो सके, साडे अंदर दी भुख खत्म हो सके। उतना भजन चाहिए सानू, उन्नी बंदगी चाहिए सानू, जिहड़ी गल गुरु साहब जी कह रहे ने। नहीं तो एक गल याद रखें कि जिन्हां दे करके तू रब दे नाम नूं भुलाया, परमात्मा दी सिफत नूं भुलाया भी मैं ये काम कर लवां, मैं ये काम कर लवां, जिस दिन तेरे प्राण इस तन तो वखरे होणगे, सारिਆਂ ने तैनूं प्रेत प्रेत कहना है। अद्धी घड़ी तैनूं घर विच नहीं रखना, घर तो कढ़ देना, जिस घर वास्ते तू लग्या रहा। ये अज गुरु साहब जोर दे के कह रहे सानूं भी भुलेखे च ना रहो, किते किसी ने नहीं रखना। जिन्हों कहना मैं अपना पक्का मकान बना रहा, मकान पक्का होगा, तू पक्का नहीं है। मकान तो पक्का बन जाएगा, 100 साल भी चल सकता, पर तेरी गारंटी तो एक खिंदी भी नहीं। मकान बनाते बनाते भी तू जा सकता। एक बंदा सी रोपड़ दे अंदर ते गुरुद्वारे के सामने बड़ी बड़ी कोठी पा रहा सी। जमाइयां ने 2 जमाई सन, बाहर रहिंदे सन विदेश विच, ते उन्हें पैसा भेजा। उस बंदे ने पिंड दे अंदर 55 लाख की कोठी पाई, बड़ी सोहनी, एक बड़ी पुरानी गल है, 2005 की गल है। तो जो बड़ा खुश सी बंदा, 65 साल की बंदे की उम्र होएगी। आखन लगे रहिंदा वक्त इस कोठी विच गुजारांगे, आनंद लांगे। सारिया चीज़ां कोठी विच तैयार कीतियां, इन्वर्टर भी की, जनरेटर की, सारिया चीज़ां भी हुण आनंद लांगे। जिहड़ा वक्त रहिंदा ना बाकी वो आनंद लांगे बड़ा। देखो कितनी बड़ी कोठी, मेरे पिंड च सब तो बड़ी कोठी मेरी। याद रखना, कई बार बंदा बड़ी मन विच तमन्ना रखता कि नवीं कोठी विच रवांगे, सारे सुख साधन होणगे। जितना उद्घाटन होना सी, याद रखना, उस नाल सुखमनी साहब दा उहदे घर च पाठ सी, कीर्तन होना सी, और बड़े हलवाई सदे सन कि बहुत बड़ा प्रोग्राम करांगा। लोगों को पता चलना चाहिए इतनी बड़ी कोठी पाई। रात को प्राण निकल गए। वे सारे कहते सन बंदे अंदर कितने बलबले सन, बड़ी कोठी च रवांगा, ऐस करांगे। अजे तक प्रवेश भी करके नहीं वेख्या, बनांदा ही रह गया। साल खंड तो बनती पई सी, सारी चीज़ कंप्लीट हुई, उद्घाटन करना सी, भागां च है नहीं सी रहना थे। जो उद्घाटन करना सी उस तो पहले एक छोटे जे टुटे हुए कमरे च रह रहा सी। आज से भी कल तो बाद असी नवे महलों च रवांगे, पर पता कोई सानू कि नवे महलों सानू रहना मिलेगा कि नहीं मिलेगा। इस करके गुरु साहब जी ये गल सारी गल का निचोड़ करते समझाने चाहते हैं कि इत्थे जिहड़ियां चीज़ां तेरे कोल ने, जिहड़े साधन तेरे कोल ने, जदों तक तेरे शरीर विच जिंदा है, ये सब जिउंदियां दा जोड़ मेला है। जीवन तो बाद तेरा इन्हां विचों कोई चीज़ नहीं, तेरा कुछ अपना नहीं। इस करके ऐसा कर्म करके जा ताकि तू अपने जीवन का उद्धार कर लवें। उस वास्ते परमात्मा के नाम नूं भज,
ਔਰ ਜਿਵੇਂ ਸਿਫਤ ਸਲਾਹ ਕਰੇਗਾ, ਸਿਫਤ ਸਲਾਹ ਦੀ ਬਰਕਤ ਦੇ ਨਾਲ ਤੇਰਾ ਉद्धार ਹੋ ਜਾਵੇਗਾ, ਤੇਰਾ ਪਾਰ ਉਤਾਰਾ ਹੋ ਜਾਵੇਗਾ, ਤੇਰਾ ਜੀਵਨ ਸਫਲਾ ਹੋ ਜਾਏਗਾ। ਇਸ ਗੱਲ ਦੇ ਉੱਤੇ ਸਤਿਗੁਰੂ ਜੀ ਨੇ ਅੱਜ ਦੇ ਵਿਚਾਰ ਰੱਖੇ ਔਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਅਸੀਂ ਆਪਣੇ ਜੀਵਨ ਨੂੰ ਇਸ ਕਰਕੇ ਜੀਵੀਏ ਕਿ ਇਹ ਜਿੰਨੇ ਵੀ ਸੰਬੰਧ ਨੇ ਸਾਡੇ, ਉਹ ਸਾਰੇ ਦੇ ਸਾਰੇ ਜਿਉਂਦੇ ਜੀ ਦਾ ਹੀ ਮੇਲ ਜੋਲ ਹੈ। ਮਰਨ ਤੋਂ ਬਾਅਦ ਇਹ ਕੋਈ ਮੇਲ ਜੋਲ ਨਹੀਂ ਹੈ, ਇਹ ਸਭ ਮੇਲਾ ਹੈ ਸੰਸਾਰ। ਇੱਥੇ ਜੋ ਵੀ ਮੇਲ ਜੋਲ ਹੈ ਜਿਉਂਦੇ ਜੀ ਹੈ। ਇਸ ਕਰਕੇ ਜਿਉਂਦੇ ਜੀ ਜੇ ਸਭ ਮੇਲ ਜੋਲ ਹੈ ਤਾਂ ਇਸ ਮੇਲ ਜੋਲ ਦੇ ਵਿੱਚ ਖਚਿਤ ਨਾ ਹੋਈਏ, ਗਲਤਾਨ ਨਾ ਹੋਈਏ। ਜਿਹੜੇ ਕੰਮ ਵਾਸਤੇ ਮਨੁੱਖਾ ਸਰੀਰ ਮਿਲਿਆ ਉਸ ਮਾਲਕ ਦੇ ਨਾਮ ਨੂੰ ਭਜੀਏ, ਸਾਡਾ ਉद्धार ਵੀ ਹੋਏਗਾ, ਸਾਡਾ ਭਵ ਸਾਗਰ ਤੋਂ ਪਾਰ ਹੋਣਾ ਵੀ ਸਾਨੂੰ ਪ੍ਰਾਪਤ ਹੋਏਗਾ ਅਤੇ ਨਾਲ ਮਨੁੱਖਾ ਜੀਵਨ ਜਿਹੜਾ ਉਹ ਸਫਲਾ ਹੋ ਜਾਏਗਾ। ਜਦੋਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਲੈ ਕੇ ਚੱਲਾਂਗੇ ਕਿ ਇਹ ਜਿਉਂਦੇ ਜੀ ਦਾ ਜੋੜ ਮੇਲਾ ਹੈ, ਫਿਰ ਸਾਡਾ ਲਗਾਓ ਇਸ ਜੋੜ ਮੇਲੇ ਨਾਲ ਨਹੀਂ, ਸਾਡਾ ਲਗਾਓ ਆਪਣੇ ਘਰ ਨਾਲ ਰਹੇਗਾ। ਅਸੀਂ ਮੇਲਿਆਂ 'ਤੇ ਜਾਂਦੇ ਹਾਂ ਪਰ ਸਾਨੂੰ ਪਤਾ ਵੀ ਇਹ ਮੇਲੇ ਹੀ ਨੇ, ਇੱਕ ਦਿਨ ਲੱਗੇਗਾ, 2 ਦਿਨ ਲੱਗੇਗਾ, ਫਿਰ ਇਸ ਮੇਲੇ ਨੇ ਖਤਮ ਹੋ ਜਾਣਾ, ਫਿਰ ਅਸੀਂ ਆਪਣੇ ਘਰ ਹੀ ਜਾਣਾ। ਜਿਹੜੇ ਆਪਣੇ ਘਰ ਦਾ ਖਿਆਲ ਰੱਖਦੇ ਨੇ ਉਹ ਫਿਰ ਉਸ ਜੋੜ ਮੇਲੇ 'ਚ ਖਚਿਤ ਨਹੀਂ ਹੁੰਦੇ। ਇਸ ਤਰ੍ਹਾਂ ਹੀ ਜਿਨ੍ਹਾਂ ਨੇ ਆਪਣੇ ਘਰ ਵਾਪਸ ਜਾਣ ਦਾ ਖਿਆਲ ਰੱਖਿਆ ਵੀ ਅਸੀਂ ਆਪਣੇ ਖਸਮ ਵਾਹਿਗੁਰੂ ਦੇ ਘਰ ਵਾਪਸ ਜਾਣਾ, ਅਤੇ ਉਹ ਇਸ ਜੋੜ ਮੇਲੇ ਵਿੱਚ ਰਹਿ ਕੇ ਇੱਥੇ ਤ੍ਰਿਸ਼ਨਾ ਨਹੀਂ ਕਰਦੇ, ਮ੍ਰਿਗ ਤ੍ਰਿਸ਼ਨਾ ਵਾਂਗ ਇੱਥੇ ਭਟਕਦੇ ਨਹੀਂ ਹਨ, ਸਗੋਂ ਉਹ ਇਸ ਜੋੜ ਮੇਲੇ ਨੂੰ ਕੇਵਲ ਦੇਖਦੇ ਨੇ, ਤੱਕਦੇ ਨੇ, ਆਨੰਦ ਮਾਣਦੇ ਨੇ, ਆਪਣੇ ਘਰ ਨੂੰ ਚਲੇ ਜਾਂਦੇ ਨੇ। ਇਸ ਤਰ੍ਹਾਂ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਇਸ ਆਨੰਦ ਮੇਲੇ ਨੂੰ ਮਾਣੀਏ, ਸੰਸਾਰ ਦੇ ਸੁੱਖਾਂ ਨੂੰ ਮਾਣਦੇ ਹੋਏ ਉਸ ਪਰਮਾਤਮਾ ਦੀ ਸਿਫਤ ਕਰੀਏ ਅਤੇ ਆਪਣੇ ਘਰ ਆਓ ਪਰਮੇਸ਼ਰ ਨੂੰ ਯਾਦ ਰੱਖੀਏ, ਕਿਉਂਕਿ ਸਾਡਾ ਨਿਜ ਘਰ ਉਹ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਉੱਥੇ ਜਾਣਾ ਹੈ। ਇਹ ਸੰਸਾਰ ਮੇਲਾ ਹੈ। ਸੰਸਾਰ ਦੇ ਵਿੱਚ ਮਿਲੇ ਸੰਬੰਧ ਵੀ ਸਭ ਮੇਲੇ ਵਿੱਚ ਮਿਲੇ ਹੋਏ ਸੰਬੰਧੀ ਹਨ। ਇਸ ਕਰਕੇ ਇਹਨਾਂ ਵਿੱਚੋਂ ਕਿਸੇ ਨੇ ਸਾਡਾ ਸਾਥ ਨਹੀਂ ਦੇਣਾ। ਇਹ ਮੇਲਾ ਉਜੜ ਜਾਏਗਾ, ਸੰਸਾਰ ਨੇ ਵੱਖ ਵੱਖ ਹੋ ਜਾਣਾ ਹੈ। ਇਸ ਕਰਕੇ ਅਸੀਂ ਸਾਰਿਆਂ ਨੇ ਇਹ ਵਿਚਾਰ ਕਰਨੀ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਸ ਪਰਮਾਤਮਾ ਦੇ ਭਜਨ ਨੂੰ ਕਰੀਏ, ਤਾਂ ਕਿ ਸਾਨੂੰ ਆਪਣੇ ਘਰ ਦੀ ਯਾਦ ਆਉਂਦੀ ਰਹੇ, ਆਪਣੇ ਘਰ ਦਾ ਖਿਆਲ ਆਉਂਦਾ ਰਹੇ। ਅਸੀਂ ਆਪਣੇ ਘਰ ਸੁਰਖਰੂ ਹੋ ਕੇ ਇਸ ਮੇਲੇ ਦੀ ਕਾਲਖ ਤੋਂ ਬਚ ਕੇ ਉੱਥੇ ਪਹੁੰਚ ਸਕੀਏ। ਜਿਹੜੇ ਪਹੁੰਚ ਜਾਣਗੇ ਆਪਣੇ ਘਰ ਦੇ ਵਿੱਚ, ਨਿਜ ਘਰ ਦੇ ਵਿੱਚ, ਉਹਨਾਂ ਦੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਭੋਗ ਆਪਣੇ। ਧੰਨਵਾਦ ਜੀ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀਓ, ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮਨ ਵਿੱਚ ਵਲਵਲਾ ਆਇਆ ਹੈ ਕਿ